Hello students, I hope you all are well. Today we will discuss our next topic, that is groups interested in accounting information. ਆਪਾਂ ਕੀਤਾ ਸੀ ਕਿ ਅਕਾਊਂਟਿੰਗ ਕੀ ਆ। ਅਕਾਊਂਟਿੰਗ ਦੇ ਵਿੱਚ ਅਸੀਂ ਬਿਜ਼ਨਸ ਦੀਆਂ ਸਾਰੀਆਂ ਟ੍ਰਾਂਜੈਕਸ਼ਨਸ ਨੂੰ ਆਇਡੈਂਟੀਫਾਈ ਕਰਕੇ ਮੈਜ਼ਰ ਕਰਕੇ ਰਿਕਾਰਡ ਕਰਦੇ ਹਾਂ। ਰਿਕਾਰਡਿੰਗ ਤੋਂ ਬਾਅਦ ਜੋ ਕਲਾਸੀਫਿਕੇਸ਼ਨ ਸਮਰਾਈਜ਼ਿੰਗ ਤੋਂ ਬਾਅਦ ਲਾਸਟ ਤੇ ਅਸੀਂ ਇਹਨੂੰ ਕਮਿਊਨੀਕੇਟ ਵੀ ਕਰਦੇ ਸੀ। ਕਮਿਊਨੀਕੇਟ ਮਤਲਬ ਅਸੀਂ ਆਪਦੀ ਇਨਫੋਰਮੇਸ਼ਨ ਅੱਗੇ ਦੱਸਦੇ ਵੀ ਸੀ। ਹੁਣ ਅਸੀਂ ਉਹ ਇਨਫੋਰਮੇਸ਼ਨ ਕਿਹਨੂੰ ਦੱਸਾਂਗੇ, ਕਿਹੜੇ ਗਰੁੱਪਸ ਇਸ ਇਨਫੋਰਮੇਸ਼ਨ ਦੇ ਵਿੱਚ ਇੰਟਰਸਟਡ ਆ, ਮਤਲਬ ਕੌਣ ਉਹ ਪਰਸਨ ਹੈ ਜਿਹੜੇ ਸਾਡੇ ਬਿਜ਼ਨਸ ਦੀ ਇਨਫੋਰਮੇਸ਼ਨ ਨੂੰ ਯੂਜ਼ ਕਰਦੇ ਆ, ਉਹ ਅਸੀਂ ਅੱਜ ਸਟੱਡੀ ਕਰਾਂਗੇ। ਇਹਨੂੰ ਅਸੀਂ ਗਰੁੱਪਸ ਇੰਟਰਸਟਡ ਇਨ ਅਕਾਊਂਟਿੰਗ ਇਨਫੋਰਮੇਸ਼ਨ ਵੀ ਕਹਿ ਦਿੰਦੇ ਆ ਜਾਂ ਯੂਜ਼ਰ ਆਫ ਅਕਾਊਂਟਿੰਗ ਇਨਫੋਰਮੇਸ਼ਨ ਵੀ ਕਹਿ ਦਿੰਦੇ ਆ ਕਿ ਕੌਣ ਸਾਡੀ ਅਕਾਊਂਟਿੰਗ ਇਨਫੋਰਮੇਸ਼ਨ ਨੂੰ ਯੂਜ਼ ਕਰਦਾ ਹੈ ਕਿ ਜੋ ਅਸੀਂ ਅਕਾਊਂਟ ਦੇ ਰਿਕਾਰਡ ਬਣਾ ਲਏ, ਇਹ ਨਹੀਂ ਕਿ ਹਾਂ ਉਹ ਬਿਜ਼ਨਸ 'ਚ ਹੀ ਪਏ ਰਹਿਣਗੇ। ਉਹਨੂੰ ਫਰਦਰ ਕਈ ਪਰਸਨ ਆਪਦੇ ਡਿਸੀਜ਼ਨਸ ਦੇ ਲਈ ਯੂਜ਼ ਕਰਦੇ ਆ, ਉਹਦੀ ਹੈਲਪ ਦੇ ਨਾਲ ਆਪਦੇ ਡਿਸੀਜ਼ਨ ਲੈਂਦੇ ਆ। ਤਾਂ ਯੂਜ਼ਰ ਦੀਆਂ ਆਪਣੇ ਕੋਲੇ ਟੂ ਕਾਈਂਡਸ ਆ, ਇੰਟਰਨਲ ਯੂਜ਼ਰ, ਐਕਸਟਰਨਲ ਯੂਜ਼ਰ। ਇੰਟਰਨਲ ਯੂਜ਼ਰ ਦੇ ਵਿੱਚ ਆ ਜਾਂਦਾ ਹੈ ਓਨਰ, ਮੈਨੇਜਮੈਂਟ ਐਂਡ ਇੰਪਲੋਈ। ਕਲੀਅਰ? ਓਨਰ ਮਾਲਕ ਜਿਹਨੇ ਬਿਜ਼ਨਸ ਦੇ ਵਿੱਚ ਪੈਸਾ ਲਗਾਇਆ, ਮੈਨੇਜਮੈਂਟ ਜਿਹੜੇ ਉਹਨੂੰ ਮੈਨੇਜ ਕਰ ਰਹੇ ਆ, ਜਿਹੜੇ ਉਹਨੂੰ ਚਲਾ ਰਹੇ ਆ, ਇੰਪਲੋਈਜ਼ ਜਿਹੜੇ ਉੱਥੇ ਕੰਮ ਕਰ ਰਹੇ ਆ, ਵਰਕਰ ਹੈ ਜਿਹੜੇ। ਤਾਂ ਹੁਣ ਇਹ ਤਿੰਨੋਂ ਬਿਜ਼ਨਸ ਦੇ ਅੰਦਰ ਹੈ, ਮੀਨਸ ਇਹ ਇੰਟਰਨਲ ਯੂਜ਼ਰ ਹੈ ਕਿ ਇਹਨਾਂ ਨੇ ਬਿਜ਼ਨਸ ਦੀ ਪੋਜੀਸ਼ਨ ਦੇਖ ਕੇ ਉਹ ਜਿਹੇ ਡਿਸੀਜ਼ਨ ਲੈਣੇ ਆ, ਇਸ ਲਈ ਇਹ ਅਕਾਊਂਟਿੰਗ ਇਨਫੋਰਮੇਸ਼ਨ ਯੂਜ਼ ਕਰਦੇ ਆ ਤਾਂ ਕਿ ਉਸ ਅਕੋਰਡਿੰਗਲੀ ਇਹ ਕੰਮ ਕਰ ਸਕਣ। ਐਕਸਟਰਨਲ ਯੂਜ਼ਰ ਜੋ ਬਿਜ਼ਨਸ ਤੋਂ ਬਾਹਰ ਹੈ ਪਰ ਫਿਰ ਵੀ ਸਾਡੇ ਬਿਜ਼ਨਸ ਦੀ ਇਨਫੋਰਮੇਸ਼ਨ ਯੂਜ਼ ਕਰਦੇ ਆ ਆਪਦੀ ਡਿਸੀਜ਼ਨ ਮੇਕਿੰਗ ਲਈ। ਇਹਦੇ ਵਿੱਚ ਆ ਜਾਂਦੇ ਆਪਣੇ ਕੋਲੇ ਸਪਲਾਇਰ, ਗਵਰਨਮੈਂਟ, ਕਸਟਮਰ, ਸਟੂਡੈਂਟ, ਰਿਸਰਚਰਸ, ਪੋਟੈਂਸ਼ੀਅਲ ਇਨਵੈਸਟਰਸ, ਫੋਰਨ ਏਜੰਸੀਜ਼, ਮੀਡੀਆ, ਸਟਾਕ ਮਾਰਕੀਟ ਐਂਡ ਮਾਰਕੀਟ ਰੈਗੂਲੇਟਰ। ਹੁਣ ਆਪਾਂ ਵਨ ਬਾਏ ਵਨ ਦੇਖਦੇ ਹਾਂ ਕਿ ਇਨਫੋਰਮੇਸ਼ਨ ਕਿਉਂ ਯੂਜ਼ ਕਰਦੇ ਆ ਜਾਂ ਕਿੱਦਾਂ ਯੂਜ਼ ਕਰਦੇ ਆ। ਤਾਂ ਇੰਟਰਨਲ ਯੂਜ਼ਰ ਦੇ ਵਿੱਚ ਫਸਟ ਸੀ ਆਪਣੇ ਕੋਲੇ ਓਨਰ ਦਾ ਮਤਲਬ ਕੀ ਆ? ਮਾਲਕ ਆ। ਠੀਕ ਹੈ, ਤਾਂ ਹੁਣ ਆਪਾਂ ਨੂੰ ਪਤਾ ਬਿਜ਼ਨਸ ਵੀ ਰਾਜੇ ਤਿੰਨ ਤਰ੍ਹਾਂ ਦੇ ਹੁੰਦੇ ਆ। ਇੱਕ ਸੋਲ ਪ੍ਰੋਪਰਾਈਟਰਸ਼ਿਪ ਹੁੰਦਾ, ਇੱਕ ਪਾਰਟਨਰਸ਼ਿਪ ਹੁੰਦਾ, ਇੱਕ ਕੰਪਨੀ ਹੁੰਦੀ ਆ। ਜਿੱਦਾਂ ਆਪਾਂ ਕਹਿ ਦਿੰਦੇ ਹਾਂ ਸੋਲੋ ਸੌਂਗ, ਮਤਲਬ ਜਿਹੜਾ ਇਕੱਲਾ ਜਾਣਾ ਗਾਉਂਦਾ। ਸਿਮਿਲਰਲੀ ਸੋਲ ਪ੍ਰੋਪਰਾਈਟਰਸ਼ਿਪ ਵੀ ਉਹ ਬਿਜ਼ਨਸ ਆ ਜਿਹਦੇ 'ਚ ਸੋਲ ਟਰੇਡਰ ਹੁੰਦਾ, ਇਕੱਲਾ ਜਾਣਾ ਮਾਲਕ, ਮਤਲਬ ਇੱਕ ਪਰਸਨ ਆ ਜਿਹੜਾ ਬਿਜ਼ਨਸ ਚਲਾ ਰਿਹਾ। ਪਾਰਟਨਰਸ਼ਿਪ ਦੇ ਵਿੱਚ ਆਪਾਂ 2-3 ਜਾਣੇ ਮਿਲ ਕੇ ਬਿਜ਼ਨਸ ਚਲਾ ਲੈਂਦੇ ਆ। ਇਹਨਾਂ ਦੋਨਾਂ ਕੇਸਿਸ ਦੇ ਵਿੱਚ ਤਾਂ ਸੋਲ ਟਰੇਡਰ 'ਚੋਂ ਇਕੱਲਾ ਮਾਲਕ ਹੁੰਦਾ, ਪਾਰਟਨਰਸ਼ਿਪ 'ਚ ਜਿੰਨੇ ਪਾਰਟਨਰ ਹੈ ਉਹ ਸਾਰੇ ਬਿਜ਼ਨਸ, ਜੇ 5 ਪਾਰਟਨਰ ਤੋਂ 5 ਦੇ 5 ਮਾਲਕ ਹੈ। ਕੰਪਨੀ ਦੇ ਵਿੱਚ ਜਿਹੜੇ ਸ਼ੇਅਰ ਹੋਲਡਰਸ ਨੇ ਪੈਸਾ ਲਾਇਆ ਉਹ ਬਿਜ਼ਨਸ ਦੇ ਮਾਲਕ ਹੁੰਦੇ ਆ। ਹੁਣ ਚਾਹੇ ਸੋਲ ਪ੍ਰੋਪਰਾਈਟਰਸ਼ਿਪ ਹੈ, ਚਾਹੇ ਪਾਰਟਨਰ ਹੈ, ਚਾਹੇ ਕੰਪਨੀ ਹੈ, ਪਰ ਸਾਰਿਆਂ ਨੂੰ ਬਿਜ਼ਨਸ ਦੀ ਇਨਫੋਰਮੇਸ਼ਨ ਰਿਕੁਆਇਰਡ ਆ ਕਿਉਂਕਿ ਉਹਨਾਂ ਨੇ ਫਰਦਰ ਆਪਦੇ ਡਿਸੀਜ਼ਨ ਲੈਣੇ ਆ ਕਿ ਕੀ ਅਸੀਂ ਇਸ ਬਿਜ਼ਨਸ ਨੂੰ ਕੈਰੀ ਔਨ ਕਰੀਏ ਕਿ ਨਾ ਕਰੀਏ। ਤਾਂ ਇਹਦੇ ਲਈ ਪਹਿਲਾਂ ਉਹ ਅਕਾਊਂਟਿੰਗ ਰਿਕਾਰਡ ਤੋਂ ਇਨਫੋਰਮੇਸ਼ਨ ਦੇਖਦੇ ਆ ਕਿ ਸਾਡੇ ਬਿਜ਼ਨਸ 'ਚ ਕਿੰਨੀ ਅਰਨਿੰਗ ਹੈ, ਕਿੰਨੀ ਕਮਾਈ ਹੈ, ਕਿੰਨੇ ਸਾਡੇ ਬਿਜ਼ਨਸ ਦੇ ਖਰਚੇ ਆ, ਕਿੰਨੀ ਸਾਡੇ ਕੋਲੇ ਪ੍ਰੋਪਰਟੀ ਆ, ਕਿੰਨੀਆਂ ਸਾਡੇ ਸਿਰ ਲਾਇਬਿਲਿਟੀਜ਼ ਆ, ਕਰਜ਼ੇ ਆ। ਇਹ ਸਾਰੀਆਂ ਇਨਫੋਰਮੇਸ਼ਨ ਨੂੰ ਦੇਖ ਕੇ ਉਹ ਆਪਦੇ ਡਿਸੀਜ਼ਨਸ ਲੈਂਦੇ ਆ। ਕਿਉਂਕਿ ਜੇ ਹੁਣ ਵੇਖੋ ਕੋਈ ਬਿਜ਼ਨਸ ਆ ਜਿੱਥੇ ਕਮਾਈ 50,000 ਹੈ, ਖਰਚੇ 70,000 ਹੈ, ਇਟ ਮੀਨਸ ਉਹ ਓਨਰ ਨੂੰ ਦੇਖ ਰਿਹਾ ਕਿ ਮੈਨੂੰ ਬਿਜ਼ਨਸ ਕਰਨ 'ਚ ਫਾਇਦਾ ਨਹੀਂ ਹੈਗਾ। ਤਾਂ ਅਸੀਂ ਇਹ ਡਿਸੀਜ਼ਨ ਲੈਣਾ ਹੈ ਕਿ ਅਸੀਂ ਆਪਦੇ ਬਿਜ਼ਨਸ ਨੂੰ ਇੰਪਰੂਵ ਕਿਵੇਂ ਕਰੀਏ ਜਾਂ ਅਸੀਂ ਆਪਦਾ ਬਿਜ਼ਨਸ ਅੱਗੇ ਕੈਰੀ ਔਨ ਕਰੀਏ ਕਿ ਨਾ ਕਰੀਏ। ਉਹਨਾਂ ਡਿਸੀਜ਼ਨ ਦੇ ਵਿੱਚ ਇੱਕ ਓਨਰ ਦੀ ਹੈਲਪ ਆ ਸਾਡੀ ਅਕਾਊਂਟਿੰਗ ਇਨਫੋਰਮੇਸ਼ਨ ਨੇ ਕਰਨੀ ਆ। ਤਾਂ ਓਨਰ ਅਕਾਊਂਟਿੰਗ ਇਨਫੋਰਮੇਸ਼ਨ ਨੂੰ ਆਪਦੇ ਇਹਨਾਂ ਡਿਸੀਜ਼ਨਸ ਦੇ ਲਈ ਯੂਜ਼ ਕਰਦਾ ਹੈ। ਨੈਕਸਟ ਆ ਗਿਆ ਸਾਡੇ ਕੋਲੇ ਮੈਨੇਜਮੈਂਟ। ਹੁਣ ਅਗਰ ਸੋਲ ਪ੍ਰੋਪਰਾਈਟਰਸ਼ਿਪ ਆ, ਇਕੱਲਾ ਜਾਣਾ ਹੈ, ਤਾਂ ਉਹੀ ਆਪਦੇ ਬਿਜ਼ਨਸ ਨੂੰ ਮੈਨੇਜ ਕਰੂਗਾ। ਕਲੀਅਰ? ਅਗਰ ਪਾਰਟਨਰਸ਼ਿਪ ਫਰਮ ਆ ਤਾਂ ਉਹਦੇ ਵਿੱਚ ਪਾਰਟਨਰ ਆਪਦੇ ਬਿਜ਼ਨਸ ਨੂੰ ਮੈਨੇਜ ਕਰਨਗੇ। ਬਟ ਜਦੋਂ ਕੰਪਨੀ ਹੁੰਦੀ ਹੈ, ਜਿੱਦਾਂ ਆਪਾਂ ਕਹਿ ਦਈਏ ਰਿਲਾਇੰਸ ਜੀਓ ਕੰਪਨੀ ਹੈ ਜਾਂ ਜਿਹੜੀਆਂ ਵੱਡੀਆਂ ਕੰਪਨੀਜ਼ ਹੈ, ਉਹਨਾਂ ਦੇ ਵਿੱਚ ਸਪੈਸ਼ਲ ਮੈਨੇਜਮੈਂਟ ਟੀਮ ਰੱਖੀ ਹੁੰਦੀ ਹੈ, ਸਪੈਸ਼ਲ ਡਾਇਰੈਕਟਰ ਰੱਖੇ ਹੁੰਦੇ ਆ। ਜਿਵੇਂ ਅੱਜ ਕੱਲ੍ਹ ਆਪਾਂ ਸਕੂਲਸ ਦੇ ਵਿੱਚ ਵੀ ਦੇਖਦੇ ਹਾਂ ਕਿ ਪ੍ਰਿੰਸੀਪਲ ਸਰ ਮਾਲਕ ਕੋਈ ਹੋਰ ਹੁੰਦਾ ਹੈ, ਸਕੂਲ ਨੂੰ ਮੈਨੇਜ ਕੋਈ ਹੋਰ ਮੈਨੇਜਮੈਂਟ ਟੀਮ ਕਰ ਰਹੀ ਆ, ਕੋਈ ਹੋਰ ਡਾਇਰੈਕਟਰ, ਕੋਆਰਡੀਨੇਟਰ ਆਪਾਂ ਅਪੁਆਇੰਟ ਕੀਤੇ ਹੋਏ ਆ। ਤਾਂ ਹੁਣ ਕੰਪਨੀ ਫਾਰਮ ਦੇ ਵਿੱਚ ਕੀ ਹੋ ਜਾਂਦਾ ਹੈ, ਉਹਦੇ ਵਿੱਚ ਜਿਹੜੇ ਆਪਾਂ ਹੋਰ ਪਰਸਨਸ ਰੱਖੇ ਆ ਜਾਂ ਸੋਲ ਟਰੇਡਰ ਤੇ ਪਾਰਟਨਰਸ਼ਿਪ ਦੇ ਵਿੱਚ ਵੀ ਹੁਣ ਜੋ ਇੱਕ ਮੈਨੇਜਰ ਆ, ਉਹ ਮੈਨੇਜਰ ਦੀ ਸਾਰੀ ਜ਼ਿੰਮੇਵਾਰੀ ਬਣ ਜਾਂਦੀ ਆ ਕਿ ਹਾਂ ਬਿਜ਼ਨਸ ਵਧੀਆ ਢੰਗ ਨਾਲ ਚੱਲੇ, ਬਿਜ਼ਨਸ 'ਚ ਵੱਧ ਤੋਂ ਵੱਧ ਪ੍ਰੋਫਿਟ ਹੋਣ। ਤਾਂ ਬਿਜ਼ਨਸ 'ਚ ਪ੍ਰੋਫਿਟ ਕਦੋਂ ਹੋਣਗੇ? ਜਦੋਂ ਅਸੀਂ ਸਹੀ ਫੈਸਲੇ ਲਵਾਂਗੇ। ਸਹੀ ਫੈਸਲੇ ਅਸੀਂ ਕਦੋਂ ਲਵਾਂਗੇ? ਜਦੋਂ ਸਾਨੂੰ ਪਹਿਲਾਂ ਪ੍ਰੋਪਰ ਸਹੀ ਅਕਾਊਂਟਿੰਗ ਇਨਫੋਰਮੇਸ਼ਨ ਮਿਲੂਗੀ। ਕਿਉਂਕਿ ਜੇ ਸਾਨੂੰ ਅਕਾਊਂਟਿੰਗ ਰਿਕਾਰਡ ਤੋਂ ਪਤਾ ਲੱਗੂਗਾ ਵੀ ਆਪਣੇ ਕੋਲੇ ਕਿੰਨਾ ਪੈਸਾ, ਕਿੰਨੇ ਪ੍ਰੋਫਿਟ ਹੈ, ਕਿੰਨੇ ਲਾਸ ਹੈ, ਕਿਹੜੀ ਚੀਜ਼ 'ਚ ਆਪਾਂ ਲਾਸ 'ਚ ਜਾ ਰਹੇ ਹਾਂ, ਫਿਰ ਹੀ ਆਪਾਂ ਸਹੀ ਡਿਸੀਜ਼ਨ ਲੈ ਸਕਦੇ ਹਾਂ ਕਿ ਆਹ ਕੰਮ ਨੂੰ ਬੰਦ ਕਰ ਲਓ, ਇਹਦੀ ਜਗ੍ਹਾ ਤੇ ਆਹ ਨਵਾਂ ਚਲਾ ਲਓ, ਇਹਨੂੰ ਇਦਾਂ ਇੰਪਰੂਵ ਕਰ ਲਓ। ਤੇ ਇੱਕ ਮੈਨੇਜਰ ਆ ਜਾਂ ਇੱਕ ਮੈਨੇਜਮੈਂਟ ਟੀਮ ਆ, ਉਹਨਾਂ ਨੂੰ ਅਕਾਊਂਟਿੰਗ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਕਿ ਉਹ ਰਾਈਟ ਡਿਸੀਜ਼ਨਸ ਲੈ ਸਕਣ ਐਟ ਰਾਈਟ ਟਾਈਮ, ਸਹੀ ਟਾਈਮ ਤੇ ਸਹੀ ਜਿਹੜਾ ਫੈਸਲਾ ਲੈ ਸਕਣ, ਤਾਂ ਕਿ ਉਹ ਆਪਦੀ ਕੰਪਨੀ ਨੂੰ, ਆਪਦੇ ਬਿਜ਼ਨਸ ਨੂੰ ਵਧੀਆ ਮੈਨਰ 'ਚ ਚਲਾ ਸਕਣ। ਤਾਂ ਇੱਕ ਮੈਨੇਜਮੈਂਟ ਵਾਲੇ ਇਹ ਫੈਸਲੇ ਲੈਣ ਲਈ ਜਿਹੜੀ ਇਨਫੋਰਮੇਸ਼ਨ ਨੂੰ ਯੂਜ਼ ਕਰਦੇ ਆ।
ਦੈਨ ਅੱਗੇ ਇੰਪਲੋਈਜ਼। ਹੁਣ ਇੰਪਲੋਈਜ਼ ਕੌਣ ਹੈ? ਜੋ ਸਾਡੇ ਬਿਜ਼ਨਸ 'ਚ ਕੰਮ ਕਰ ਰਹੇ ਆ। ਉਹਨਾਂ ਨੂੰ ਬਿਜ਼ਨਸ ਤੱਕ ਕੀ ਹੈ, ਉਹਨਾਂ ਨੂੰ ਇਹ ਹੈ ਕਿ ਬਿਜ਼ਨਸ 'ਚ ਵਰਕਿੰਗ ਕੰਡੀਸ਼ਨਸ ਵਧੀਆ ਹੋਣ। ਆਪਾਂ ਕਹਿੰਦੇ ਹਾਂ ਕਿ ਜਿੱਥੇ ਮੈਂ ਕੰਮ ਤੇ ਲੱਗਣਾ, ਕੀ ਆਉਣ ਜਾਣ ਦਾ ਟਾਈਮ ਸਹੀ ਹੈ, ਉੱਥੇ ਸਾਨੂੰ ਵਧੀਆ ਬੈਠਣ ਦਾ, ਰਹਿਣ ਦਾ, ਖੜਨ ਦਾ ਪ੍ਰਬੰਧ ਹੈ ਸਾਡੇ ਲਈ। ਉਸ ਤੋਂ ਬਾਅਦ ਆਪਾਂ ਆਪਦੀਆਂ ਵੇਜਿਸ ਬੋਨਸ ਦੇਖਣੀਆਂ ਹੁੰਦੀ ਹੈ ਕਿ ਸਾਨੂੰ ਉੱਥੋਂ ਕਮਾਈ ਕਿੰਨੀ ਹੋਊਗੀ। ਤਾਂ ਇੱਕ ਇੰਪਲੋਈ ਵੀ ਜਦੋਂ ਕਿਸੇ ਬਿਜ਼ਨਸ ਦੇ ਵਿੱਚ ਉਹਨੇ ਆਪਦੀ ਜਿਹੜੀ ਜੁਆਇਨਿੰਗ ਕਰਨੀ ਹੁੰਦੀ ਆ, ਤਾਂ ਉਸ ਤੋਂ ਪਹਿਲਾਂ ਉਹ ਵੀ ਬਿਜ਼ਨਸ ਦੀ ਅਕਾਊਂਟਿੰਗ ਇਨਫੋਰਮੇਸ਼ਨ ਚੈੱਕ ਕਰਦਾ ਕਿ ਉਸ ਬਿਜ਼ਨਸ 'ਚ ਕਿੰਨੇ ਕੁ ਪ੍ਰੋਫਿਟ ਹੈ, ਕੀ ਉਸ ਬਿਜ਼ਨਸ ਤੋਂ ਮੈਨੂੰ ਵਧੀਆ ਵੇਜਿਸ, ਵਧੀਆ ਬੋਨਸ ਪਲਾਨ ਮਿਲਣਗੇ। ਤਾਂ ਇੰਪਲੋਈ ਬਿਜ਼ਨਸ ਦੀਆਂ ਵਰਕਿੰਗ ਕੰਡੀਸ਼ਨਸ ਦੇਖਣ ਲਈ, ਬਿਜ਼ਨਸ ਦੇ ਬੋਨਸ ਪਲਾਨ ਦੇਖਣ ਲਈ, ਬਿਜ਼ਨਸ ਦੇ ਵਿੱਚ ਆਪਦੀਆਂ ਵੇਜਿਸ ਦੇਖਣ ਦੇ ਲਈ ਸਾਡੀ ਸਾਰੀ ਅਕਾਊਂਟਿੰਗ ਇਨਫੋਰਮੇਸ਼ਨ ਨੂੰ ਯੂਜ਼ ਕਰਦਾ। ਹੁਣ ਇਹ ਤਾਂ ਦਿਨ ਸੀ ਸਾਡੇ ਕੋਲੇ ਇੰਟਰਨਲ ਯੂਜ਼ਰ। ਨੈਕਸਟ ਸਾਡੇ ਕੋਲ ਆ ਗਿਆ ਐਕਸਟਰਨਲ ਯੂਜ਼ਰ, ਕਿ ਹੋਰ ਕਿਹੜੇ ਕਿਹੜੇ ਪਰਸਨ ਆ ਜਿਹੜੇ ਬਿਜ਼ਨਸ ਦੀ ਅਕਾਊਂਟਿੰਗ ਇਨਫੋਰਮੇਸ਼ਨ ਨੂੰ ਯੂਜ਼ ਕਰਦੇ ਆ। ਉਹਦੇ 'ਚ ਫਸਟ ਐਂਡ ਫੋਰਮੋਸਟ ਯੂਜ਼ਰ ਹੈ ਸਪਲਾਇਰ ਐਂਡ ਲੈਂਡਰ। ਸਪਲਾਇਰ ਜਿਹਨੇ ਸਾਨੂੰ ਕੱਚਾ ਮਾਲ, ਰॉ ਮਟੀਰੀਅਲ ਸਪਲਾਈ ਕਰਨਾ। ਲੈਂਡਰ ਜਿਹਨੇ ਸਾਨੂੰ ਕਰਜ਼ਾ ਦੇਣਾ। ਹੁਣ ਦੇਖੋ ਬਿਜ਼ਨਸ ਹੈ, ਉਹਦੇ ਕੋਲ ਵੀ ਹਮੇਸ਼ਾ ਵੱਡਾ ਛੋਟਾ ਹਰ ਇੱਕ ਬਿਜ਼ਨਸ ਵਾਲਾ ਉਧਾਰ ਸਮਾਨ ਤਾਂ ਖਰੀਦਦਾ ਹੀ ਆ। ਜੋ ਗੁੱਡਸ ਖਰੀਦਣੀ ਆ ਉਹ ਕਈ ਵਾਰੀ ਉਧਾਰ ਵੀ ਖਰੀਦਦਾ। ਤਾਂ ਸਪਲਾਇਰ ਉਹਨੂੰ ਉਧਾਰ ਫੇਰ ਹੀ ਵੇਚੂਗਾ। ਉਹ ਪਹਿਲਾਂ ਬਿਜ਼ਨਸ ਦੀ ਲਿਕੁਇਡਿਟੀ ਪੋਜੀਸ਼ਨ ਚੈੱਕ ਕਰੂਗਾ। ਲਿਕੁਇਡਿਟੀ ਮਤਲਬ ਕੀ, ਉਹ ਪੈਸਾ ਟਾਈਮ ਤੇ ਦੇ ਸਕਦੇ ਆ। ਬਿਜ਼ਨਸ ਇੰਨਾ ਕੁ ਸੋਲਵੈਂਸੀ ਦੀ ਪੋਜੀਸ਼ਨ 'ਚ ਹੈਗਾ, ਸੋਲਵੈਂਟ ਹੈਗਾ, ਮਤਲਬ ਉਹਦੇ ਕੋਲ ਇੰਨਾ ਕੁ ਪੈਸਾ ਹੈਗਾ ਕਿ ਉਹ ਸਾਰਿਆਂ ਨੂੰ ਟਾਈਮ ਤੇ ਪੇਮੈਂਟ ਕਰ ਸਕੇ। ਤਾਂ ਕੋਈ ਵੀ ਸਪਲਾਇਰ ਤੁਹਾਨੂੰ ਰॉ ਮਟੀਰੀਅਲ ਉਧਾਰ ਦੇਣ ਤੋਂ ਪਹਿਲਾਂ ਤੁਹਾਡੀ ਪੋਜੀਸ਼ਨ ਨੂੰ ਇਵੈਲੂਏਟ ਕਰੂਗਾ, ਤੁਹਾਡੇ ਅਕਾਊਂਟਿੰਗ ਰਿਕਾਰਡਸ ਚੈੱਕ ਕਰੂਗਾ ਕਿ ਇਸ ਬਿਜ਼ਨਸ ਦੀ ਕੈਸ਼ ਪੋਜੀਸ਼ਨ ਕੀ ਆ, ਇਸ ਬਿਜ਼ਨਸ ਦੀਆਂ ਪਾਸਟ ਸੇਲਸ ਕਿੰਨੀਆਂ ਹੈ, ਕੀ ਇਹ ਮੈਨੂੰ ਟਾਈਮ ਤੇ ਪੈਸੇ ਮੋੜੂਗਾ ਕਿ ਨਹੀਂ ਮੋੜੂਗਾ। ਸਿਮਿਲਰਲੀ ਜੇ ਤੁਹਾਨੂੰ ਕੋਈ ਕਰਜ਼ਾ ਦੇਣ ਵਾਲਾ ਬੈਂਕ ਹੈ, ਉਹ ਵੀ ਤੁਹਾਡੀ ਸਟੇਟਮੈਂਟ ਦੇਖੂਗਾ ਕਿ ਤੁਹਾਡੀਆਂ ਸਾਲ 'ਚ ਕਿੰਨੀਆਂ ਕੁ ਸੇਲਸ ਹੋ ਜਾਂਦੀਆਂ, ਕੀ ਤੁਸੀਂ ਉਹਨਾਂ ਦੀ ਪੇਮੈਂਟ ਟਾਈਮ ਤੇ ਕਰ ਸਕਦੇ ਆ ਕਿ ਨਹੀਂ। ਤਾਂ ਸਭ ਤੋਂ ਫਸਟ ਐਕਸਟਰਨਲ ਯੂਜ਼ਰ ਸਾਡੇ ਕੋਲੇ ਸਪਲਾਇਰ ਹੈ, ਲੈਂਡਰ ਹੈ, ਜਿਹੜੇ ਤੁਹਾਡੀ ਲਿਕੁਇਡਿਟੀ ਪੋਜੀਸ਼ਨ, ਲਿਕੁਇਡਿਟੀ ਦਾ ਮਤਲਬ ਹੁੰਦਾ ਅਬਿਲਿਟੀ ਟੂ ਪੇ ਕੈਸ਼, ਕਿ ਕੀ ਤੁਸੀਂ ਟਾਈਮ ਤੇ ਕੈਸ਼ ਪੇ ਕਰ ਸਕਦੇ ਹੋ, ਤੁਹਾਡੇ ਕੋਲ ਇੰਨੇ ਕੁ ਪੈਸੇ ਹੈਗੇ ਆ ਕਿ ਤੁਸੀਂ ਟਾਈਮ ਤੇ ਪੇਮੈਂਟ ਕਰ ਦਿਓ। ਤਾਂ ਤੁਹਾਡੀ ਇਹ ਪੋਜੀਸ਼ਨ ਦੇਖਣ ਦੇ ਲਈ ਵੀ ਇਹ ਅਕਾਊਂਟਿੰਗ ਰਿਕਾਰਡ ਯੂਜ਼ ਕਰਦੇ ਆ। ਜਿੱਦਾਂ ਆਪਾਂ ਕਿਸੇ ਨੂੰ ਪੈਸੇ ਉਧਾਰ ਦੇਣੇ ਆ, ਤਾਂ ਪਹਿਲਾਂ ਆਪਾਂ ਦੇਖਦੇ ਹਾਂ ਵੀ ਉਹਦੇ ਕੋਲੇ ਕਿੰਨੀ ਕੁ ਜ਼ਮੀਨ ਹੈ, ਜਾਂ ਉਹਦਾ ਕਾਰੋਬਾਰ ਕੀ ਹੈ, ਕੀ ਉਹਨੂੰ ਇੰਨੇ ਕੁ ਪੈਸੇ ਆਉਂਦੇ ਆ ਵੀ ਉਹ ਮੇਰੇ ਮੋੜ ਦੂਗਾ। ਤਾਂ ਸਿਮਿਲਰਲੀ ਕੋਈ ਲੈਂਡਰ ਜਾਂ ਸਪਲਾਇਰ ਬਿਜ਼ਨਸ ਦੇ ਵੀ ਰਿਕਾਰਡ ਚੈੱਕ ਕਰਦਾ ਕਿ ਉਹਦੀ ਟਾਈਮ ਤੇ ਪੇਮੈਂਟ ਕਰਨਗੇ ਜਾਂ ਨਹੀਂ। ਨੈਕਸਟ ਹੈ ਆਪਣੇ ਕੋਲੇ ਗਵਰਨਮੈਂਟ। ਹੁਣ ਇੱਕ ਗਵਰਨਮੈਂਟ ਦਾ ਬਿਜ਼ਨਸ ਨਾਲ ਕੀ ਡੀਲ ਹੋਇਆ, ਗਵਰਨਮੈਂਟ ਨੇ ਵੇਖਣਾ ਹੁੰਦਾ ਹੈ ਕਿ ਬਿਜ਼ਨਸ ਸਾਡੇ ਰੂਲਸ ਰੈਗੂਲੇਸ਼ਨ ਫੋਲੋ ਕਰ ਰਿਹਾ ਗਵਰਨਮੈਂਟ ਦੇ। ਗਵਰਨਮੈਂਟ ਨੂੰ ਬਿਜ਼ਨਸ ਤੋਂ ਮਿਲਣਾ ਹੁੰਦਾ ਟੈਕਸ, ਟੈਕਸ ਕਾਹਦੇ ਤੇ ਮਿਲਣਾ, ਪ੍ਰੋਫਿਟਸ ਤੇ। ਤਾਂ ਗਵਰਨਮੈਂਟ ਵੀ ਤੁਹਾਡੇ ਅਕਾਊਂਟਿੰਗ ਰਿਕਾਰਡਸ ਚੈੱਕ ਕਰਦੀ ਹੈ ਕਿ ਕੀ ਜਿੰਨੇ ਤੁਹਾਨੂੰ ਪ੍ਰੋਫਿਟ ਆ ਤੁਸੀਂ ਉਨਾ ਟੈਕਸ ਭਰ ਰਹੇ ਆ। ਉਹ ਤੁਹਾਡੀਆਂ ਸੇਲਸ ਬਾਰੇ ਸਾਰੀ ਇਨਫੋਰਮੇਸ਼ਨ ਤੁਹਾਡੇ ਰਿਕਾਰਡਸ ਤੋਂ ਇਕੱਠੀ ਕਰਦੀ ਹੈ, ਤੁਹਾਡੀ ਇਨਕਮ ਦੇਖਦੀ ਹੈ, ਤੁਹਾਡੇ ਪ੍ਰੋਫਿਟਸ ਦੇਖਦੀ ਹੈ, ਤਾਂ ਕਿ ਗਵਰਨਮੈਂਟ ਨੂੰ ਇਹ ਪਤਾ ਲੱਗ ਜਾਏ ਕਿ ਤੁਸੀਂ ਪ੍ਰੋਪਰ ਰੂਲਸ ਫੋਲੋ ਕਰ ਰਹੇ ਹੋ, ਤੁਸੀਂ ਉਹਨਾਂ ਨੂੰ ਟੈਕਸ ਟਾਈਮ ਤੇ ਭਰ ਰਹੇ ਹੋ, ਤੁਸੀਂ ਸਹੀ ਅਕਾਊਂਟਿੰਗ ਰਿਕਾਰਡਸ ਮੇਨਟੇਨ ਕਰ ਰਹੇ ਹੋ ਕਿ ਨਹੀਂ ਕਰ ਰਹੇ ਹੋ। ਤਾਂ ਗਵਰਨਮੈਂਟ ਵੀ ਤੁਹਾਡੀ ਅਕਾਊਂਟਿੰਗ ਇਨਫੋਰਮੇਸ਼ਨ ਨੂੰ, ਤੁਹਾਡੇ ਬਿਜ਼ਨਸ ਦੀ ਅਕਾਊਂਟਿੰਗ ਇਨਫੋਰਮੇਸ਼ਨ ਨੂੰ ਆਪਦੀ ਜਿਹੜੀ ਰੂਲਸ ਰੈਗੂਲੇਸ਼ਨ ਦੀ ਫੋਲੋਇੰਗ ਦੇਖਣ ਦੇ ਲਈ ਚੈੱਕ ਕਰਦੀ ਹੈ। ਕਲੀਅਰ। ਨੈਕਸਟ ਆ ਗਿਆ ਤੁਹਾਡੇ ਕੋਲੇ ਕਸਟਮਰ। ਹੁਣ ਕਸਟਮਰ ਵੀ ਸਾਡੇ ਬਿਜ਼ਨਸ ਦੀ ਅਕਾਊਂਟਿੰਗ ਇਨਫੋਰਮੇਸ਼ਨ ਨੂੰ ਯੂਜ਼ ਕਰਦਾ। ਕਿਉਂ? ਕਿਉਂਕਿ ਕਸਟਮਰ ਨੇ ਇਹ ਦੇਖਣਾ ਕਿ ਕੀ ਬਿਜ਼ਨਸ ਆਪਦੀ ਸੋਸ਼ਲ ਰਿਸਪੌਂਸਿਬਿਲਿਟੀ ਕੰਪਲੀਟ ਕਰ ਰਿਹਾ। ਦੇਖੋ ਆਪਾਂ ਬਿਜ਼ਨਸ ਖੋਲ੍ਹਦੇ ਹਾਂ, ਆਪਾਂ ਨੂੰ ਵੀ ਪਤਾ ਆਪਾਂ ਛੋਟਾ ਵੱਡਾ ਜੋ ਵੀ ਬਿਜ਼ਨਸ ਕਰਦੇ ਅਸੀਂ ਪ੍ਰੋਫਿਟ ਕਮਾਉਣ ਲਈ ਆ, ਵੀ ਹਾਂ ਮੈਂ ਇੱਕ ਬਿਜ਼ਨਸ ਸਟਾਰਟ ਕਰ ਲਿਆ ਤੇ ਮੈਂ ਇੱਥੋਂ ਪੈਸਾ ਕਮਾਉਣਾ। ਪਰ ਪੈਸੇ ਦੇ ਨਾਲ ਨਾਲ ਸਾਡੀਆਂ ਕੁਝ ਸੋਸ਼ਲ ਰਿਸਪੌਂਸਿਬਿਲਿਟੀਜ਼ ਹੁੰਦੀਆਂ, ਕੁਝ ਸਮਾਜਿਕ ਜ਼ਿੰਮੇਵਾਰੀਆਂ ਹੁੰਦੀਆਂ, ਵੀ ਹਾਂ ਅਸੀਂ ਵੀ ਉਹਨਾਂ ਕੁ ਜਿਹੜਾ ਹੈਗਾ ਏ ਉਹਨਾਂ ਦੇ ਟਾਈਮ ਤੇ, ਜਿੱਦਾਂ ਆਪਾਂ ਕਹੀਏ ਵੀ ਵਧੀਆ ਕੁਆਲਿਟੀ ਦਾ ਪ੍ਰੋਡਕਟ ਵੇਚੀਏ, ਕਿ ਅਸੀਂ ਕੋਈ ਮਿਲਾਵਟ ਵਾਲਾ ਸਮਾਨ ਨਾ ਵੇਚੀਏ, ਜਾਂ ਅਸੀਂ ਕੋਈ ਲੋਕਾਂ ਨੂੰ ਦੁੱਗਣੇ ਤਿੱਗਣੇ ਰੇਟ ਤੇ ਨਾ ਸੇਲ ਕਰੀਏ। ਤਾਂ ਕਸਟਮਰ ਵੀ ਤੁਹਾਡੇ ਅਕਾਊਂਟਿੰਗ ਰਿਕਾਰਡਸ ਚੈੱਕ ਕਰਦਾ ਕਿ ਕੀ ਤੁਸੀਂ ਵਧੀਆ ਕੁਆਲਿਟੀ ਦਾ ਸਮਾਨ ਵੇਚਦੇ ਹੋ, ਰੀਜ਼ਨੇਬਲ ਪ੍ਰਾਈਸ ਤੇ ਵੇਚਦੇ ਹੋ। ਇਹ ਨਹੀਂ ਵੀ ਹਾਂ ਆਪਾਂ ਕਹੀਏ ਘੱਟ ਦੀ ਵੇਚੋ, ਘੱਟ ਵੀ ਨਹੀਂ ਵੱਧ ਵੀ ਨਹੀਂ, ਰੀਜ਼ਨੇਬਲ ਪ੍ਰਾਈਸ ਤੁਹਾਡਾ ਹੈ ਕਿ ਨਹੀਂ। ਤਾਂ ਕਸਟਮਰ ਵੀ ਤੁਹਾਡੇ ਅਕਾਊਂਟਿੰਗ ਰਿਕਾਰਡਸ ਇਸ ਚੀਜ਼ ਲਈ ਚੈੱਕ ਕਰਦਾ ਹੈ, ਤੁਹਾਡੀ ਅਕਾਊਂਟਿੰਗ ਇਨਫੋਰਮੇਸ਼ਨ ਨੂੰ ਯੂਜ਼ ਕਰਦਾ ਹੈ ਤੁਹਾਡੇ ਬਿਜ਼ਨਸ ਦੀ ਪਾਸਟ ਪਰਫੋਰਮੈਂਸ ਦੇਖਣ ਲਈ, ਕਿ ਪਾਸਟ 'ਚ ਉਹਨਾਂ ਦੀ ਕਿੰਨੀ ਕੁ ਸੇਲ ਹੈ, ਕਿੰਨੇ ਕੁ ਕਸਟਮਰ ਉਹਨਾਂ ਨੂੰ ਲਾਈਕ ਜਾਂ ਡਿਸਲਾਈਕ ਕਰਦੇ ਪਏ ਆ, ਕੀ ਬਿਜ਼ਨਸ ਆ ਜਿਹੜਾ ਉਹ ਸਹੀ ਕੁਆਲਿਟੀ ਦੇ ਪ੍ਰੋਡਕਟ ਸੇਲ ਕਰ ਰਿਹਾ ਕਿ ਨਹੀਂ। ਨੈਕਸਟ ਆ ਗਿਆ ਸਟੂਡੈਂਟ ਐਂਡ ਰਿਸਰਚਰਸ। ਹੁਣ ਦੇਖੋ ਤੁਸੀਂ ਵੀ ਇੱਕ ਸਟੂਡੈਂਟ ਹੋ, ਤਾਂ ਤੁਸੀਂ ਅੱਗੇ ਕੁਐਸਚਨਸ ਕਰਨੇ ਆ, ਨੁਮੈਰੀਕਲ ਕਰਨੇ ਆ, ਉੱਥੇ ਤੁਹਾਨੂੰ ਵੀ ਕਿਸੇ ਬਿਜ਼ਨਸ ਦੀ ਪਹਿਲਾਂ ਅਕਾਊਂਟਿੰਗ ਇਨਫੋਰਮੇਸ਼ਨ ਚਾਹੀਦੀ ਹੈ, ਫਿਰ ਹੀ ਤੁਸੀਂ ਉਹਦੇ ਤੋਂ ਪ੍ਰੋਫਿਟ ਐਂਡ ਲਾਸ ਅਕਾਊਂਟ ਬਣਾਓਗੇ, ਫਿਰ ਹੀ ਤੁਸੀਂ ਉਹਦੇ ਤੋਂ ਬੈਲੈਂਸ ਸ਼ੀਟ ਬਣਾਓਗੇ, ਫਿਰ ਹੀ ਤੁਹਾਨੂੰ ਪਤਾ ਲੱਗੂਗਾ ਕਿ ਪ੍ਰੈਕਟੀਕਲੀ ਅਕਾਊਂਟ ਕਿਵੇਂ ਹੁੰਦਾ।
ਪ੍ਰੈਕਟੀਕਲੀ ਅਕਾਊਂਟੈਂਟ ਕਿਵੇਂ ਕੰਮ ਕਰਦਾ ਤਾਂ ਇੱਕ ਰਿਸਰਚਰ ਹੈ ਉਹਨੇ ਕੋਈ ਨਵੀਂ ਰਿਸਰਚ ਕਰਨੀ ਆ ਤਾਂ ਉਹਨੂੰ ਵੀ ਬਿਜ਼ਨਸ ਦੀਆਂ ਐਨੂਅਲ ਰਿਪੋਰਟਸ ਚਾਹੀਦੀਆਂ ਉਹਨਾਂ ਰਿਪੋਰਟਸ ਦੀ ਹੈਲਪ ਦੇ ਨਾਲ ਹੀ ਉਹ ਅੱਗੇ ਆਪਦੀ ਰਿਸਰਚ ਕਰੂਗਾ ਉਹਦੇ ਨਾਲ ਹੀ ਇੱਕ ਸਟੂਡੈਂਟ ਦੀ ਪ੍ਰੈਕਟੀਕਲ ਨੌਲੇਜ ਵੱਧਦੀ ਹੈ ਤਾਂ ਇੱਕ ਸਟੂਡੈਂਟ ਨੂੰ ਜਾਂ ਰਿਸਰਚਰ ਨੂੰ ਵੀ ਅਕਾਊਂਟਿੰਗ ਇਨਫੋਰਮੇਸ਼ਨ ਹੈਲਪ ਕਰਦੀ ਹੈ ਜਿੱਦਾਂ ਹੁਣ ਤੁਸੀਂ ਆਪਦੇ ਫੋਨ ਤੇ ਸਰਚ ਕਰਕੇ ਦੇਖ ਲਓ ਕਿ ਰਿਲਾਇੰਸ ਜੀਓ ਦੀ ਅਕਾਊਂਟਿੰਗ ਸਟੇਟਮੈਂਟਸ ਕੱਢੋ ਤਾਂ ਤੁਹਾਡੇ ਕੋਲ ਉਹਦੀਆਂ ਸਾਰੀਆਂ ਪ੍ਰੋਫਿਟ ਕਿੰਨੇ ਆ ਉਹਦੇ ਲਾਸ ਕਿੰਨੇ ਆ ਉਹਨਾਂ ਕੋਲ ਐਸਿਟ ਕਿੰਨੇ ਆ ਉਹਨਾਂ ਦੀ ਬੈਲੈਂਸ ਸ਼ੀਟ ਕੀ ਹੈ ਕਿੰਨੀ ਉਹਨਾਂ ਦੇ ਸਰ ਕਰਜ਼ੇ ਆ ਕਿੰਨੇ ਉਹਨਾਂ ਕੋਲ ਐਸਿਟ ਆ ਤੁਹਾਡੇ ਕੋਲ ਉਹਨਾਂ ਦੀ ਇੱਕ ਪ੍ਰੋਪਰ ਇਨਫੋਰਮੇਸ਼ਨ ਸਾਰੀ ਨਿਕਲ ਆਊਗੀ ਤਾਂ ਇਦਾਂ ਹੀ ਰਿਸਰਚਰ ਨੇ ਜਦੋਂ ਕਿਸੇ ਕੰਪਨੀ ਦੇ ਰਿਸਰਚ ਕਰਨੀ ਹੁੰਦੀ ਆ ਵੀ ਕਿਹੜੀ ਕੰਪਨੀ ਫਾਇਦੇ 'ਚ ਹੈ ਕਿਹੜੀ ਨੁਕਸਾਨ 'ਚ ਹੈ ਉਹਦੇ ਲਈ ਉਹਦੀਆਂ ਐਨੂਅਲ ਰਿਪੋਰਟਸ ਉਹਦੇ ਲਈ ਉਹਦੀ ਅਕਾਊਂਟਿੰਗ ਇਨਫੋਰਮੇਸ਼ਨ ਨੂੰ ਯੂਜ਼ ਕਰਦੇ ਆ ਦੈਨ ਆ ਗਿਆ ਪੋਟੈਂਸ਼ੀਅਲ ਇਨਵੈਸਟਰ ਹੁਣ ਦੇਖੋ ਤੁਸੀਂ ਕਿਸੇ ਬਿਜ਼ਨਸ ਦੇ ਵਿੱਚ ਪੈਸਾ ਇਨਵੈਸਟ ਕਰਨਾ ਜਿਹੜਾ ਪੈਸਾ ਇਨਵੈਸਟ ਕਰਦਾ ਜਿਹੜਾ ਬੰਦਾ ਕਿਸੇ ਦੂਸਰੇ ਬਿਜ਼ਨਸ ਦੇ ਵਿੱਚ ਹਿੱਸਾ ਪਾਉਣ ਲਈ ਪੈਸਾ ਲਾਉਂਦਾ ਉਹਨੂੰ ਆਪਾਂ ਇਨਵੈਸਟਰ ਕਹਿੰਦੇ ਆ ਹੁਣ ਤੁਸੀਂ ਕਿਸੇ ਬਿਜ਼ਨਸ ਦੇ ਵਿੱਚ ਹਿੱਸਾ ਪਾਉਣਾ ਤਾਂ ਤੁਸੀਂ ਪਹਿਲਾਂ ਇਹੀ ਦੇਖੋਗੇ ਬਿਜ਼ਨਸ ਦੀ ਪ੍ਰੋਫਿਟ ਕਿੰਨੇ ਆ ਬਿਜ਼ਨਸ ਦੀ ਫਾਈਨੈਂਸ਼ੀਅਲ ਪੋਜੀਸ਼ਨ ਕੀ ਹੈ ਕੀ ਤੁਸੀਂ ਕਿਸੇ ਇਹੋ ਜਿਹੇ ਬਿਜ਼ਨਸ 'ਚ ਪੈਸਾ ਲਾ ਦੋਗੇ ਜਿਹੜਾ ਪਹਿਲਾਂ ਹੀ ਲੱਖ ਦੇ ਘਾਟੇ 'ਚ ਡੁੱਬਿਆ ਵਾ ਤਾਂ ਹਮੇਸ਼ਾ ਜਿਹੜਾ ਇਨਵੈਸਟਰ ਹੈ ਜਿਹਨੇ ਬਿਜ਼ਨਸ 'ਚ ਪੈਸਾ ਲਾਉਣਾ ਉਹ ਬਿਜ਼ਨਸ ਦੀ ਅਕਾਊਂਟਿੰਗ ਇਨਫੋਰਮੇਸ਼ਨ ਚੈੱਕ ਕਰੂਗਾ ਉੱਥੋਂ ਬਿਜ਼ਨਸ ਦੇ ਪ੍ਰੋਫਿਟ ਚੈੱਕ ਕਰੂਗਾ ਬਿਜ਼ਨਸ ਦੀ ਫਾਈਨੈਂਸ਼ੀਅਲ ਪੋਜੀਸ਼ਨ ਚੈੱਕ ਕਰੂਗਾ ਕਿ ਤਾਂ ਕਿ ਉਹ ਸਹੀ ਡਿਸੀਜ਼ਨ ਲੈ ਸਕੇ ਕਿ ਹਾਂ ਮੈਂ ਇਹ ਬਿਜ਼ਨਸ 'ਚ ਪੈਸਾ ਲਾਵਾਂ ਜਾਂ ਨਾ ਲਾਵਾਂ ਤਾਂ ਇਨਵੈਸਟਰ ਵੀ ਪੈਸਾ ਇਨਵੈਸਟ ਕਰਨ ਤੋਂ ਪਹਿਲਾਂ ਇਹ ਚੈੱਕ ਕਰਦਾ ਹੈਗਾ ਕਿ ਉਸ ਬਿਜ਼ਨਸ ਦੀ ਫਾਈਨੈਂਸ਼ੀਅਲ ਪੋਜੀਸ਼ਨ ਕੀ ਹੈ ਕਿਤੇ ਮੈਂ ਉੱਥੇ ਪੈਸਾ ਲਾ ਕੇ ਡੋਬ ਨਾ ਦੇਵਾਂ ਕਲੀਅਰ ਦੈਨ ਆ ਗਈਆਂ ਫੋਰਨ ਏਜੰਸੀਜ਼ ਹੁਣ ਆਪਾਂ ਨੂੰ ਪਤਾ ਇੰਟਰਨੈਟ ਦਾ ਜਿਹੜਾ ਹੈਗਾ ਟਾਈਮ ਹੈ ਇੰਟਰਨੈਟ ਨੇ ਸਾਰੇ ਵਰਲਡ ਨੂੰ ਇੱਕ ਜਗ੍ਹਾ 'ਤੇ ਇਕੱਠਾ ਕੀਤਾ ਹੋਇਆ ਗਲੋਬਲਾਈਜੇਸ਼ਨ ਹੈ ਆਪਾਂ ਇੱਥੋਂ ਬੈਠੇ ਕਿਸੇ ਵੀ ਕੰਟਰੀ ਦੇ ਵਿੱਚ ਡੀਲਿੰਗ ਕਰ ਸਕਦੇ ਹਾਂ ਕਿਸੇ ਵੀ ਕੰਟਰੀ ਦੀ ਕੰਪਨੀ ਦੇ ਵਿੱਚ ਪੈਸਾ ਇਨਵੈਸਟ ਕਰ ਸਕਦੇ ਹਾਂ ਸਿਮਿਲਰਲੀ ਫੋਰਨ ਕੰਪਨੀਜ਼ ਸਾਡੇ ਬਿਜ਼ਨਸ ਦੇ ਵਿੱਚ ਪੈਸਾ ਇਨਵੈਸਟ ਕਰਨ 'ਚ ਇੰਟਰਸਟਡ ਹੈ ਸਾਡੇ ਨਾਲ ਐਕਸਪੋਰਟ ਇੰਪੋਰਟ ਕਰਨ 'ਚ ਇੰਟਰਸਟਡ ਹੈ ਕਿ ਅਸੀਂ ਇਸ ਕੰਪਨੀ ਨੂੰ ਵੇਚੀਏ ਜਾਂ ਅਸੀਂ ਇਸ ਕੰਪਨੀ ਤੋਂ ਖਰੀਦੀਏ ਤਾਂ ਕਿਸੇ ਵੀ ਕੰਪਨੀ ਨਾਲ ਡੀਲ ਕਰਨ ਤੋਂ ਪਹਿਲਾਂ ਫੋਰਨ ਕੰਪਨੀਜ਼ ਵਾਲੇ ਵੀ ਤੁਹਾਡੇ ਰਿਕਾਰਡਸ ਚੈੱਕ ਕਰਦੇ ਆ ਉਹ ਤੁਹਾਡੀ ਫਾਈਨੈਂਸ਼ੀਅਲ ਪੋਜੀਸ਼ਨ ਚੈੱਕ ਕਰਦੇ ਆ ਕਿ ਕੀ ਬਿਜ਼ਨਸ ਜੇ ਉਹਨਾਂ ਨੂੰ ਮੰਨ ਲਓ ਆਪਾਂ ਬਾਹਰੋਂ ਕੁਝ ਮੰਗਵਾਉਣਾ ਹੈ ਤਾਂ ਪਹਿਲਾਂ ਤੁਹਾਡੇ ਅਕਾਊਂਟਿੰਗ ਰਿਕਾਰਡ ਚੈੱਕ ਕਰਨਗੇ ਕਿ ਕੀ ਮੈਨੂੰ ਟਾਈਮ 'ਤੇ ਪੇਮੈਂਟ ਹੋ ਜੂਗੀ ਕੀ ਉਹ ਜਿਹੜਾ ਬਿਜ਼ਨਸ ਹੈ ਉਹਦੇ ਪਾਸਟ ਰਿਕਾਰਡ ਸਹੀ ਹੈ ਤਾਂ ਫੋਰਨ ਏਜੰਸੀ ਵਾਲੇ ਵੀ ਜਦੋਂ ਵੀ ਤੁਹਾਡੇ ਨਾਲ ਡੀਲ ਕਰਨਗੇ ਤਾਂ ਪਹਿਲਾਂ ਤੁਹਾਡੀ ਅਕਾਊਂਟਿੰਗ ਇਨਫੋਰਮੇਸ਼ਨ ਨੂੰ ਯੂਜ਼ ਕਰਨਗੇ ਨੈਕਸਟ ਆ ਗਿਆ ਮੀਡੀਆ ਦੇ ਵਿੱਚ ਜਿਨ੍ਹਾਂ ਨੇ ਨਿਊਜ਼ ਲਾਉਣੀ ਆਪਣੀ ਨਿਊਜ਼ਪੇਪਰ ਵਾਲੇ ਹੋ ਗਏ ਜਰਨਲ ਵਾਲੇ ਹੋ ਗਏ ਨਿਊਜ਼ ਚੈਨਲ ਵਾਲੇ ਹੋ ਗਏ ਇਹ ਵੀ ਹਮੇਸ਼ਾ ਸਾਡੇ ਬਿਜ਼ਨਸ ਦੀ ਇਨਫੋਰਮੇਸ਼ਨ ਨੂੰ ਯੂਜ਼ ਕਰਦੇ ਆ ਕਿਉਂਕਿ ਇਹਨਾਂ ਨੇ ਨਿਊਜ਼ ਬਣਾਉਣੀ ਹੁੰਦੀ ਹੈ ਕਿ ਆਹ ਬਿਜ਼ਨਸ ਟੌਪ ਦੀ ਪਰਫਾਰਮੈਂਸ ਜਾ ਰਿਹਾ ਆਹ ਬਿਜ਼ਨਸ ਦੀ ਆਹ ਅਚੀਵਮੈਂਟ ਆਹ ਬਿਜ਼ਨਸ 'ਚ ਪ੍ਰੋਬਲਮ ਆ ਰਹੀ ਹੈ ਤਾਂ ਪ੍ਰਿੰਟ ਮੀਡੀਆ ਵਾਲੇ ਵੀ ਤੁਹਾਡੀਆਂ ਪਬਲਿਸ਼ਡ ਜਿਹੜੀਆਂ ਇਨਫੋਰਮੇਸ਼ਨ ਹੁੰਦੀਆਂ ਜਿਹੜੀਆਂ ਤੁਹਾਡੀਆਂ ਛਾਪੀਆਂ ਵੀਆਂ ਹੁੰਦੀਆਂ ਆਪਦੀਆਂ ਬੈਲੈਂਸ ਸ਼ੀਟ ਆਪਦੇ ਪ੍ਰੋਫਿਟ ਐਂਡ ਲਾਸ ਉਹਨਾਂ ਨੂੰ ਯੂਜ਼ ਕਰਦੇ ਆ ਤਾਂ ਕਿ ਇਹ ਵੀ ਤੁਹਾਡੇ ਬਿਜ਼ਨਸ ਬਾਰੇ ਨਿਊਜ਼ ਦੇ ਸਕਣ ਕਿ ਆਹ ਬਿਜ਼ਨਸ ਟੌਪ 'ਤੇ ਜਾ ਰਿਹਾ ਜਾਂ ਬਿਜ਼ਨਸ ਫੇਲ ਹੋ ਰਿਹਾ ਜਾਂ ਬਿਜ਼ਨਸ ਇੱਦਾਂ ਹੈ ਤਾਂ ਪ੍ਰਿੰਟ ਮੀਡੀਆ ਵੀ ਇੱਕ ਬਿਜ਼ਨਸ ਦੇ ਅਕਾਊਂਟਿੰਗ ਰਿਕਾਰਡਸ ਨੂੰ ਯੂਜ਼ ਕਰਦਾ ਹੈ ਕਲੀਅਰ ਦੈਨ ਆ ਗਈ ਸਟਾਕ ਮਾਰਕੀਟ ਹੁਣ ਸਟਾਕ ਮਾਰਕੀਟ ਕੀ ਹੁੰਦੀ ਆ ਜਿਹੜਾ ਕੰਪਨੀ ਬਿਜ਼ਨਸ ਹੁੰਦਾ ਨਾ ਉਹ ਸ਼ੇਅਰ ਵੇਚਦੇ ਆ ਸ਼ੇਅਰ ਕੀ ਹੁੰਦੇ ਆ ਜਿੱਦਾਂ ਇੱਕ ਲੋਟਰੀ ਦੀ ਟਿਕਟ ਹੁੰਦੀ ਆ ਨਾ ਇੱਕ ਪੇਪਰ ਸਿਮਿਲਰਲੀ ਸ਼ੇਅਰ ਹੁੰਦੇ ਆ 10 ਰੁਪਏ ਦਾ ਸ਼ੇਅਰ ਆ 100 ਰੁਪਏ ਦਾ ਸ਼ੇਅਰ ਆ ਉਹ ਸਟਾਕ ਮਾਰਕੀਟ 'ਚ ਵਿਕਦੇ ਆ ਜਿੰਨੇ ਦਾ ਸ਼ੇਅਰ ਆ ਉਨੇ ਪੈਸੇ ਅਸੀਂ ਉੱਥੇ ਦੇ ਆਉਂਦੇ ਆ ਤੇ ਸ਼ੇਅਰ ਘਰੇ ਲੈ ਆਉਂਦੇ ਆ ਤਾਂ ਉਹ ਪੈਸਾ ਇੱਦਾਂ ਇਕੱਠਾ ਹੋ ਕੇ ਕੰਪਨੀਜ਼ ਕੋਲ ਜਾਂਦਾ ਫਿਰ ਕੰਪਨੀਜ਼ ਸਟਾਰਟ ਹੁੰਦੀਆਂ ਕੰਪਨੀ ਕਿਸੇ ਇੱਕ ਪਰਸਨ ਦੀ ਨਹੀਂ ਹੁੰਦੀ ਕੰਪਨੀ ਦੇ ਵਿੱਚ ਪਬਲਿਕ ਕੰਪਨੀ 'ਚ ਹਜ਼ਾਰਾਂ ਮੈਂਬਰ ਹੁੰਦੇ ਆ ਪ੍ਰਾਈਵੇਟ ਕੰਪਨੀ 'ਚ ਮੈਕਸੀਮਮ 200 ਮੈਂਬਰ ਹੁੰਦੇ ਆ ਤਾਂ ਉਹ ਸ਼ੇਅਰ ਖਰੀਦਦੇ ਆ ਤਾਂ ਹੁਣ ਸ਼ੇਅਰ ਕਿੱਥੇ ਵਿਕਣੇ ਆ ਸਟਾਕ ਮਾਰਕੀਟ ਤਾਂ ਸਟਾਕ ਮਾਰਕੀਟ ਇੱਕ ਕੰਪਨੀਆਂ ਦੀ ਲਿਸਟ ਬਣਾਉਂਦੀ ਆ ਵੀ ਆਹ ਕੰਪਨੀ ਦੇ ਸ਼ੇਅਰ ਆਪਾਂ ਵੇਚਣੇ ਆ ਤੇ ਲਿਸਟ ਬਣਾਉਣ ਤੋਂ ਪਹਿਲਾਂ ਉਹ ਕੰਪਨੀ ਦੀ ਪਰਫਾਰਮੈਂਸ ਚੈੱਕ ਕਰਦੇ ਆ ਕੰਪਨੀ ਦੀ ਫਾਈਨੈਂਸ਼ੀਅਲ ਪੋਜੀਸ਼ਨ ਚੈੱਕ ਕਰਦੇ ਆ ਕਿ ਜਿਹੜੀ ਵਧੀਆ ਕੰਪਨੀ ਆ ਜਿਹੜੀ ਕੰਪਨੀ 'ਚ ਵਧੀਆ ਪ੍ਰੋਫਿਟਸ ਆ ਉਹੀ ਕੰਪਨੀ ਦੀ ਜਿਹੜੀ ਅਸੀਂ ਸ਼ੇਅਰਸ ਨੂੰ ਲਿਸਟ ਕਰੀਏ ਤਾਂ ਸ਼ੇਅਰਸ ਦੀ ਲਿਸਟਿੰਗ ਦੇ ਲਈ ਸਟਾਕ ਮਾਰਕੀਟ ਵਾਲੇ ਵੀ ਤੁਹਾਡੇ ਅਕਾਊਂਟਿੰਗ ਰਿਕਾਰਡਸ ਨੂੰ ਯੂਜ਼ ਕਰਦੇ ਆ ਦੈਨ ਲਾਸਟ ਆ ਗਿਆ ਮਾਰਕੀਟ ਰੈਗੂਲੇਟਰ ਕੌਣ ਹੁੰਦੇ ਆ ਰੂਲਸ ਬਣਾਉਣ ਵਾਲੇ ਤਾਂ ਜਿੱਦਾਂ ਹੁਣ ਮਾਰਕੀਟ ਦੇ ਵਿੱਚ ਵੀ ਰੈਗੂਲੇਟਰ ਆ ਜਿੱਦਾਂ ਸੈਬੀ ਆ ਸਿਕਿਉਰਿਟੀ ਐਕਸਚੇਂਜ ਬੋਰਡ ਆਫ ਇੰਡੀਆ ਤਾਂ ਕਿ ਕੋਈ ਵੀ ਕਿਸੇ ਨਾਲ ਕੋਈ ਧੋਖਾ ਨਾ ਕਰ ਸਕੇ ਕੋਈ ਕਿਸੇ ਨੂੰ ਫੇਕ ਕੰਪਨੀ ਦੇ ਸ਼ੇਅਰ ਨਾ ਵੇਚ ਸਕੇ ਇਹਦੇ ਲਈ ਇਹ ਵੀ ਜਿਹੜਾ ਹਮੇਸ਼ਾ ਤੁਹਾਡੇ ਬਿਜ਼ਨਸ ਦੇ ਅਕਾਊਂਟਿੰਗ ਰਿਕਾਰਡਸ ਚੈੱਕ ਕਰਦੇ ਰਹਿੰਦੇ ਆ ਤੁਹਾਡੀ ਅਕਾਊਂਟਿੰਗ ਇਨਫੋਰਮੇਸ਼ਨ ਚੈੱਕ ਕਰਦੇ ਆ ਕਿ ਕੋਈ ਬਿਜ਼ਨਸ ਘਪਲੇਬਾਜ਼ੀ ਤਾਂ ਨਹੀਂ ਕਰ ਰਿਹਾ ਕੋਈ ਬਿਜ਼ਨਸ ਫੇਕ ਪ੍ਰੋਫਿਟ ਤਾਂ ਨਹੀਂ ਸ਼ੋਅ ਕਰ ਰਿਹਾ ਕੋਈ ਬਿਜ਼ਨਸ ਫੇਕ ਸੇਲਸ ਤਾਂ ਨਹੀਂ ਸ਼ੋਅ ਕਰ ਰਿਹਾ ਤਾਂ ਇਹ
ਵੀ ਜਿਹੜੇ ਮਾਰਕੀਟ ਰੈਗੂਲੇਟਰਸ ਆ ਜਿਨ੍ਹਾਂ ਨੇ ਨਵੇਂ ਤੋਂ ਨਵੇਂ ਰੂਲਸ ਬਣਾਉਣੇ ਆ, ਇਹ ਵੀ ਬਿਜ਼ਨਸ ਦੀ ਅਕਾਊਂਟਿੰਗ ਇਨਫੋਰਮੇਸ਼ਨ ਨੂੰ ਯੂਜ਼ ਕਰਦੇ ਆ ਤਾਂ ਕਿ ਦੇਖ ਸਕਣ ਕਿ ਕਿਤੇ ਇਨਵੈਸਟਰ ਦੇ ਨਾਲ ਕੋਈ ਧੋਖਾ ਨਾ ਹੋ ਰਿਹਾ ਹੋਵੇ ਜਾਂ ਕਿਹੜਾ ਨਵਾਂ ਰੂਲ ਬਣਾਉਣ ਦੀ ਜ਼ਰੂਰਤ ਹੈ। ਤਾਂ ਇਹ ਆ ਉਹ ਪਰਸਨ ਜਿਹੜੇ ਸਾਰੇ ਸਾਡੀ ਅਕਾਊਂਟਿੰਗ ਇਨਫੋਰਮੇਸ਼ਨ ਨੂੰ ਯੂਜ਼ ਕਰਦੇ ਆ ਆਪਦੇ ਮਕਸਦ ਦੇ ਲਈ। ਜਿੱਦਾਂ ਕਸਟਮਰ ਨੂੰ ਪ੍ਰਾਈਸ ਨਾਲ ਮਤਲਬ ਹੈ, ਗਵਰਨਮੈਂਟ ਨੂੰ ਪ੍ਰੋਫਿਟ ਨਾਲ ਮਤਲਬ ਹੈ, ਮੀਡੀਆ ਵਾਲੇ ਨੂੰ ਤੁਹਾਡੀ ਅਚੀਵਮੈਂਟ ਪ੍ਰੋਬਲਮ ਨਾਲ ਮਤਲਬ ਹੈ, ਮੈਨੇਜਮੈਂਟ ਨੂੰ ਇਨਫੋਰਮੇਸ਼ਨ ਚਾਹੀਦੀ ਹੈ ਡਿਸੀਜ਼ਨ ਲੈਣ ਲਈ। ਤਾਂ ਜੋ ਪਰਸਨ ਨੂੰ ਜੋ ਰਿਕੁਆਇਰਡ ਇਨਫੋਰਮੇਸ਼ਨ ਹੁੰਦੀ ਆ ਉਹ ਤੁਹਾਡੇ ਅਕਾਊਂਟਿੰਗ ਰਿਕਾਰਡ ਤੋਂ ਉਸ ਇਨਫੋਰਮੇਸ਼ਨ ਨੂੰ ਯੂਜ਼ ਕਰਦੇ ਆ। ਕਲੀਅਰ? ਆਈ ਹੋਪ ਯੂ ਅੰਡਰਸਟੈਂਡ ਵੈਲ। ਥੈਂਕ ਯੂ ਸਟੂਡੈਂਟਸ।